ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਾਈਵ। ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਿ ਸਰੀਰ ਅਤੇ ਮਨ ਨੂੰ ਕਿਸ ਤਰ੍ਹਾਂ ਕਾਬੂ ਕਰਨਾ ਹੈ ਸਿਮਰਨ ਦੇ ਜ਼ਰੀਏ। ਇਸ ਦੇ ਨਾਲ ਹੀ ਅੱਜ ਗੱਲ ਹੋਵੇਗੀ ਵਰਤਾਂ ਦੀ। ਵਰਤ ਝੂਠ ਨੇ, ਸੱਚ ਨੇ, ਕਿਹੜੇ ਵਰਤ ਹੁੰਦੇ ਨੇ, ਅਸਲੀ ਵਰਤ ਕੀ ਹੈ। ਸਿਮਰਨ ਦੇ ਰਾਹੀਂ ਮੂਲ ਤੌਰ 'ਤੇ ਅਸੀਂ ਆਪਦੇ ਅਚੇਤ ਮਨ ਨੂੰ ਕਾਬੂ ਕਰਨਾ ਹੈ। ਅਚੇਤ ਮਨ ਤੋਂ ਭਾਵ ਜਿਹੜਾ ਸਾਡੇ ਕਹਿਣੇ ਤੋਂ ਬਾਹਰ ਚੱਲਦਾ ਹੈ, ਜਿਹੜਾ ਆਪਣੇ ਆਪ ਕੰਮ ਕਰਦਾ ਹੈ। ਅਚੇਤ ਮਨ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਜਿਹੜਾ ਕਾਬੂ ਕਰਨਾ ਹੈ ਉਹ ਵਰਤ ਦਾ ਤਰੀਕਾ ਹੈ। ਪਰ ਵਰਤ ਉਹ ਨਹੀਂ, ਕਰਮ ਕਾਂਡ ਵਾਲਾ ਵਰਤ ਨਹੀਂ। ਵਰਤ ਤੋਂ ਭਾਵ ਹੈ ਨਿਸ਼ਚੇ, ਵਰਤ ਤੋਂ ਭਾਵ ਹੈ ਪ੍ਰਣ। ਕੁਛ ਡਿਸਾਈਡ ਕਰ ਲੈਣਾ ਕਿ ਕੱਲ੍ਹ ਨੂੰ ਮੈਂ ਆਹ ਕੰਮ ਕਰਾਂਗਾ ਹੀ ਕਰਾਂਗਾ। ਗੁਰਬਾਣੀ ਦੇ ਵਿੱਚ ਵਰਤ ਦੇ ਕਰਮਕਾਂਡੀ ਰੂਪ ਦਾ ਬਿਲਕੁਲ ਖੰਡਨ ਹੈ। ਪਰ ਜਿਹੜਾ ਵਰਤ ਦਾ ਮਤਲਬ ਨਿਸ਼ਚੇ ਹੈ, ਪ੍ਰਣ ਹੈ, ਇੱਕ ਖਾਸ ਤਰ੍ਹਾਂ ਦਾ ਡਿਸੀਜ਼ਨ ਲੈਣਾ ਹੈ, ਉਹ ਬਹੁਤ ਹੀ ਕੰਮ ਦੀ ਚੀਜ਼ ਹੈ, ਬਹੁਤ ਹੀ ਸ਼ਕਤੀਸ਼ਾਲੀ ਹਥਿਆਰ ਹੈ। ਇਸ ਦੀ ਵਰਤੋਂ ਕਿਸੇ ਨੂੰ ਵੀ ਚੰਗੇ ਤਰੀਕੇ ਨਾਲ ਕਰਨੀ ਨਹੀਂ ਆਉਂਦੀ, ਇਹ ਠੀਕ ਹੈ। ਪਰ ਜਿਹੜੇ ਕਰਮਕਾਂਡੀ ਵਰਤ ਨੇ ਉਹਨਾਂ ਦਾ ਤਾਂ ਬਿਲਕੁਲ ਖੰਡਨ ਕੀਤਾ ਗਿਆ ਗੁਰਬਾਣੀ ਦੇ ਵਿੱਚ। ਸੋ ਅੱਜ ਆਪਾਂ ਇਹੀ ਗੱਲ ਕਰਨੀ ਹੈ ਕਿ ਇਸ ਪ੍ਰਣ ਵਾਲੀ ਵਿਧੀ ਨਾਲ ਕਿਸ ਤਰੀਕੇ ਨਾਲ ਆਪਣੇ ਅਚੇਤ ਮਨ 'ਤੇ ਕਾਬੂ ਕੀਤਾ ਜਾ ਸਕਦਾ ਹੈ। ਵਰਤ ਤੋਂ ਰਹਿਣ ਦਾ ਮਤਲਬ ਕੋਈ ਭੁੱਖੇ ਰਹਿਣ ਵਾਲਾ ਨਹੀਂ। ਅਸਲ ਵਰਤ ਦਾ ਮਤਲਬ ਪ੍ਰਣ ਲੈਣਾ ਹੀ ਹੈ। ਮੰਨ ਲਓ ਕਿ ਤੁਸੀਂ ਅੱਜ ਪ੍ਰਣ ਲੈ ਲਿਆ ਕਿ ਮੈਂ ਸੁਬਾਹ 4 ਵਜੇ ਉੱਠਾਂਗਾ। ਜਿਹੜੇ ਸੱਜਣ 5 ਵਜੇ ਉੱਠਦੇ ਨੇ ਉਹ ਪ੍ਰਣ ਕਰ ਲੈਣ ਕਿ ਮੈਂ ਸਵੇਰੇ 4 ਵਜੇ ਉੱਠਾਂਗਾ। ਜਿਹੜਾ 1 ਘੰਟਾ ਮੇਰਾ ਵੱਧਦਾ ਹੈ ਉਹ ਮੈਂ ਸੱਚੇ ਪਿਤਾ ਪਰਮਾਤਮਾ ਦੇ ਨਾਮ ਲਾਵਾਂਗਾ, ਪ੍ਰਭੂ ਦੀ ਉਸਤਤ ਕਰਾਂਗਾ, ਉਹਦਾ ਨਾਮ ਲਵਾਂਗਾ। ਜਾਂ ਇਹ ਪ੍ਰਣ ਕਰ ਲਓ ਕਿ ਮੈਂ ਅੱਜ ਜਿਹੜੇ 10 ਵਜੇ ਸੌਂਦੇ ਨੇ ਉਹ ਕਹਿਣ ਕਿ ਮੈਂ 10:30 ਸੌਵਾਂਗਾ। ਅੱਧਾ ਘੰਟਾ ਮੈਂ ਪਰਮਾਤਮਾ ਨੂੰ ਦਿਆਂਗਾ, ਸੌਣ ਲੱਗਿਆ ਉਸ ਨੂੰ ਯਾਦ ਕਰਕੇ ਸੌਵਾਂਗਾ। ਇਸ ਤਰੀਕੇ ਨਾਲ ਇਹ ਪ੍ਰਣ ਕਰਨ ਦੀ ਇਸ ਵਿਧੀ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੀਆਂ ਇੰਦਰੀਆਂ ਨੂੰ ਤੁਸੀਂ ਕਾਬੂ ਕਰਨ ਦਾ ਯਤਨ ਕਰੋਗੇ ਅਤੇ ਹੌਲੀ ਹੌਲੀ ਇਹ ਤੁਹਾਡੇ ਵੱਸ ਵਿੱਚ ਹੋਣ ਲੱਗ ਜਾਣਗੀਆਂ। ਇਸ ਸੰਬੰਧ ਦੇ ਵਿੱਚ 2 ਅਹਿਮ ਗੱਲਾਂ ਚੇਤੇ ਰੱਖਣੀਆਂ ਹਨ। ਪਹਿਲੀ ਇਹ ਪ੍ਰਣ ਉਸ ਕੰਮ ਬਾਰੇ ਲਓ ਜਿਹੜੀ ਤੁਹਾਡੀ ਕਮਜ਼ੋਰੀ ਹੈ, ਉਸ ਬਾਰੇ ਨਾ ਜਿਸ ਨੂੰ ਤੁਸੀਂ ਕਰਨ ਜਾਂ ਛੱਡਣ ਦੇ ਵਿੱਚ ਤੁਹਾਨੂੰ ਮਨ ਨਾ ਮਾਰਨਾ ਪਵੇ। ਉਸ ਕੰਮ ਬਾਰੇ ਪ੍ਰਣ ਕਰੋ ਜਿੱਥੇ ਤੁਹਾਨੂੰ ਮਨ ਮਾਰਨਾ ਪਵੇ, ਜਿਸ ਲਈ ਮਨ ਨੂੰ ਔਖਿਆਂ ਹੋਣਾ ਪਵੇ। ਉਸੇ ਹੀ ਕੰਮ ਨੂੰ, ਉਸੇ ਹੀ ਮਨ ਨੂੰ ਮਾਰਨ ਨੂੰ ਵਰਤ ਕਹਿ ਸਕਦੇ ਹੋ, ਪ੍ਰਣ ਕਹਿ ਸਕਦੇ ਹੋ, ਨਿਸ਼ਚੈ ਕਹਿ ਸਕਦੇ ਹੋ। ਦੂਸਰਾ, ਓਨੇ ਸਮੇਂ ਲਈ ਇਹ ਪ੍ਰਣ ਰੱਖੋ, ਇਹ ਵਰਤ ਰੱਖੋ ਜਿਸ ਵਿੱਚ ਤੁਸੀਂ ਕਰ ਵੀ ਸਕੋ। ਇਹ ਨਾ ਹੋਵੇ ਕਿ ਤੁਸੀਂ ਉਹ ਕੰਮ ਸਮਾਂ ਉਸ ਨੂੰ ਥੋੜ੍ਹਾ ਦੇ ਦਿਓ ਪਰ ਕੰਮ ਕਰਨ ਵਾਲਾ ਜ਼ਿਆਦਾ ਹੋਵੇ ਅਤੇ ਬਾਅਦ ਵਿੱਚ ਦੁਖੀ ਹੋਣਾ ਪਵੇ। ਜੇਕਰ ਤੁਸੀਂ ਪੜ੍ਹੇ ਨਹੀਂ, ਮੈਨੂੰ ਪਤਾ ਨਹੀਂ ਕਿਉਂਕਿ ਸਾਰੇ ਪੜ੍ਹੇ ਲਿਖੇ ਵੀ ਨਹੀਂ ਹੁੰਦੇ, ਪਰ ਫਰਜ਼ ਕਰੋ ਤਾਂ ਜੇ ਤੁਸੀਂ ਇਹ ਪ੍ਰਣ ਕਰ ਲਿਆ ਕਿ ਮੈਂ ਅਖਬਾਰ ਪੜ੍ਹਨਾ, ਤੁਸੀਂ ਜ਼ੋਰ ਬਹੁਤ ਲਾ ਸਕਦੇ ਹੋ ਪਰ ਪੜ੍ਹ ਨਹੀਂ ਸਕਦੇ। ਸੋ ਵਰਤ ਜਾਂ ਪ੍ਰਣ ਆਸਾਨ ਰੱਖੋ, ਐਸਾ ਨਾ ਰੱਖੋ ਕਿ ਜਿਹੜਾ ਸੰਭਵ ਹੀ ਨਹੀਂ। ਇਹ ਪ੍ਰਣ, ਇਹ ਨਿਸ਼ਚੇ, ਇਹ ਡਿਸੀਜ਼ਨ ਕੁਝ ਇਹੋ ਜਿਹਾ ਹੋਵੇ ਕਿ ਜਿਹਦੇ ਨਾਲ ਸਫਲਤਾ ਮਿਲੇ। ਮੰਨ ਕੇ ਚੱਲੋ ਕਿ ਤੁਸੀਂ ਕੁਛ ਕਰ ਰਹੇ ਹੋ ਅਤੇ ਤੁਹਾਡੇ ਰਾਹ ਦੇ ਵਿੱਚ ਇੱਕ ਬਹੁਤ ਵੱਡਾ ਰੋੜਾ ਹੈ। ਉਸ ਨੂੰ ਦੂਰ ਕਰਨ ਦੇ ਲਈ ਅਜਿਹੇ ਵਰਤ, ਅਜਿਹੇ ਨਿਸ਼ਚੇ ਕਰਨੇ ਬੜੇ ਜ਼ਰੂਰੀ ਨੇ। ਇਹ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਨਿਸ਼ਚੇ ਦੀ, ਪ੍ਰਣ ਦੀ, ਵਰਤ ਦੀ ਚੋਣ ਦੇ ਸਮੇਂ ਦਾ ਨਿਰਣੇ ਸਿਆਣਪ ਨਾਲ ਕਰੋ, ਚੰਗੀ ਤਰ੍ਹਾਂ ਵੇਖ ਪਰਖ ਲਓ ਕੀ ਹਾਲਾਤ ਨੇ। ਜਾਂ ਇਹ ਕਹਿ ਲਈਏ ਕਿ ਇਸ ਵਰਤ ਦੀ ਖੀਰ ਨੂੰ ਸਹਿਜੇ ਪਕਾਉਣਾ ਹੈ, ਤੇਜ਼ ਅੱਗ ਦੀ ਲੋੜ ਨਹੀਂ। ਕੁਝ ਕੁ ਗਿਆਨ ਇੰਦਰੀਆਂ ਬਾਰੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਜਿਵੇਂ ਕਿ ਅੱਖਾਂ ਦਾ ਵਰਤ। ਅੱਧੀ ਰਾਤ ਨੂੰ TV ਫਿਲਮ ਦੇਖਣ ਲਈ ਤੁਸੀਂ ਅੱਖਾਂ ਦਿਖਾਉਂਦੇ ਰਹਿੰਦੇ ਹੋ। ਤੁਸੀਂ ਵਰਤ ਲੈ ਸਕਦੇ ਹੋ ਕਿ ਮੈਂ 1 ਮਹੀਨਾ ਕੋਈ ਵੀ ਫਿਲਮ ਨਹੀਂ ਦੇਖਾਂਗਾ, ਕੋਈ ਵੀ ਫਾਲਤੂ ਦੀ ਵੀਡੀਓ ਵੀ ਨਹੀਂ ਦੇਖਾਂਗਾ। ਜੀਭ ਦਾ ਵਰਤ, ਤੁਹਾਨੂੰ ਮਿੱਠਾ ਚੰਗਾ ਲੱਗਦਾ ਹੈ ਪਰ ਤੁਸੀਂ ਵਰਤ ਲੈ ਸਕਦੇ ਹੋ ਕਿ ਹੁਣ ਅਗਲਾ ਮਹੀਨਾ ਮੈਂ ਕੋਈ ਵੀ ਮਿੱਠਾ ਨਹੀਂ ਖਾਵਾਂਗਾ, ਫਾਲਤੂ ਦਾ ਮਿੱਠਾ ਬਿਲਕੁਲ ਵੀ ਨਹੀਂ ਖਾਵਾਂਗਾ। ਜ਼ਰੂਰੀ ਤਾਂ ਚਲੋ ਖਾਣਾ ਪੈਂਦਾ ਹੈ। ਮੂੰਹ ਦਾ ਵਰਤ, ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਅੱਜ ਮੈਂ ਕੁਛ ਵੀ ਬੁਰਾ ਨਹੀਂ ਬੋਲਾਂਗਾ, ਝੂਠ ਨਹੀਂ ਬੋਲੂੰਗਾ, ਜਾਂ ਮੈਂ ਗੁੱਸੇ ਦੇ ਵਿੱਚ ਨਹੀਂ ਬੋਲੂੰਗਾ। 1 ਦਿਨ ਦਾ ਤਾਂ ਕਰ ਹੀ ਸਕਦੇ ਹਾਂ ਕਿ ਅੱਜ ਮੈਂ ਕੋਈ ਝੂਠ ਨਹੀਂ ਬੋਲਣਾ, ਮੈਂ ਗੁੱਸੇ ਦੇ ਵਿੱਚ ਬੋਲਣਾ ਹੀ ਨਹੀਂ। ਇਸ ਪ੍ਰਕਾਰ ਤੁਸੀਂ ਆਪਣੀ ਕਿਸੇ ਵੀ ਕਮਜ਼ੋਰੀ ਦੇ ਸੰਬੰਧੀ ਵਰਤ ਲੈ ਸਕਦੇ ਹੋ। ਕੰਨਾਂ ਦਾ ਵਰਤ, ਤੁਸੀਂ ਪ੍ਰਣ ਕਰ ਸਕਦੇ ਹੋ ਕਿ ਅੱਜ ਮੈਂ ਕਿਸੇ ਦੀ ਕੋਈ ਚੁਗਲੀ ਨਿੰਦਿਆ ਨਹੀਂ ਸੁਣਾਂਗਾ। ਕੁਛ ਵੀ ਮਸਾਲੇਦਾਰ ਅੱਜ ਜਿਹੜੀਆਂ ਵੀਡੀਓ ਚੱਲ ਰਹੀਆਂ ਨੇ ਇੰਟਰਨੈਟ ਦੇ ਉੱਤੇ, ਜਾਂ ਕੋਈ ਕਿਸੇ ਨੇ ਆਡੀਓ ਭੇਜੀ ਹੈ, ਮੈਂ ਬਿਲਕੁਲ ਵੀ ਨਹੀਂ ਸੁਣਾਂਗਾ। ਜਾਂ ਫਿਰ ਅੱਜ ਮੈਂ ਫਿਲਮੀ ਗੀਤ ਨਹੀਂ ਸੁਣਾਂਗਾ, ਜੇ ਸੁਣਾਂਗਾ ਤਾਂ ਮੈਂ ਉਹੀ ਕੀਰਤਨ ਸੁਣਾਂਗਾ ਜਾਂ ਪਾਠ ਸੁਣਾਂਗਾ, ਪਾਠ ਕਰਾਂਗਾ ਉਸ ਸਮੇਂ ਦੇ ਵਿੱਚ। ਇਸ ਤਰੀਕੇ ਦਾ ਵੀ ਵਰਤ ਹੋ ਸਕਦਾ। ਚਮੜੀ ਦਾ ਵਰਤ, ਜੇਕਰ ਤੁਸੀਂ ਘਰ ਵਿੱਚ ਘੁੰਮਦੇ ਹੋ ਤਾਂ ਤੁਸੀਂ ਇਹ ਨਿਸ਼ਚੇ ਲੈ ਸਕਦੇ ਹੋ, ਇਹ ਤੈਅ ਕਰ ਸਕਦੇ ਹੋ ਕਿ ਅੱਜ ਮੈਂ 2 ਕਿਲੋਮੀਟਰ, 4 ਕਿਲੋਮੀਟਰ ਜਾਂ 6 ਕਿਲੋਮੀਟਰ ਪੈਦਲ ਚੱਲਾਂਗਾ। ਜਿੱਥੇ ਜ਼ਰੂਰਤ ਹੈ ਚਲੋ ਉੱਥੇ ਤਾਂ ਵਹੀਕਲ ਦਾ ਇਸਤੇਮਾਲ ਕਰਨਾ ਪਊਗਾ, ਪਰ ਜਿੱਥੇ ਜ਼ਰੂਰਤ ਨਹੀਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੰਨਾ ਸਮਾਂ ਮੈਂ ਚਮੜੀ ਆਪਦੀ ਦਾ ਇਸਤੇਮਾਲ ਕਰਾਂਗਾ ਤਾਂ ਕਿ ਮੈਂ ਸਰੀਰਕ ਤੌਰ 'ਤੇ ਫਿੱਟ ਹੋਵਾਂ। ਜਾਂ ਤੁਸੀਂ ਇਹ ਕਹਿ ਲਓ ਕਿ ਅੱਜ ਮੈਂ ਇੰਨਾ ਟਾਈਮ ਪੱਖੇ ਦੇ ਥੱਲੇ ਨਹੀਂ ਬੈਠਾਂਗਾ, ਭਾਵ ਮੈਂ ਟਹਿਲ ਪਹਿਲ ਕਰਾਂਗਾ, ਚੱਲਾਂਗਾ ਫਿਰਾਂਗਾ, ਜਿਸ ਦੇ ਨਾਲ ਸਾਡਾ ਸਰੀਰ ਚੁਸਤ ਫੁਰਤ ਰਹਿੰਦਾ ਹੈ। ਸਰੀਰ ਦਾ
ਸਵਾਸਥ ਦਾ ਚੰਗਾ ਹੋਣਾ ਬੇਹੱਦ ਵੱਧ ਜ਼ਰੂਰੀ ਹੈ। ਜੇਕਰ ਤੁਹਾਡੀ ਸਵਾਸਥ ਚੰਗੀ ਹੈ, ਸਿਹਤ ਚੰਗੀ ਹੈ, ਤਾਂ ਹੀ ਤੁਸੀਂ ਨਾਮ ਸਿਮਰਨ ਚੰਗੇ ਤਰੀਕੇ ਦੇ ਨਾਲ ਕਰ ਸਕਦੇ ਹੋ। ਅਜਿਹੇ ਫੈਸਲਿਆਂ ਦੇ ਨਾਲ, ਅਜਿਹੇ ਨਿਸ਼ਚਿਆਂ ਦੇ ਨਾਲ ਤੁਸੀਂ ਆਪਣੇ ਸਰੀਰ ਅਤੇ ਮਨ 'ਤੇ ਆਪਣੀ ਮਾਲਕੀਅਤ ਬਹਾਲ ਕਰਦੇ ਹੋ। ਇੰਦਰੀਆਂ ਰੂਪੀ ਨੌਕਰਾਂ ਨੂੰ ਸਮਝਾਉਂਦੇ ਹੋ ਕਿ ਮਾਲਕ ਆ ਗਿਆ ਹੈ, ਤੁਸੀਂ ਉਹੀ ਕਰੋਗੇ ਜੋ ਮਾਲਕ ਕਹੇਗਾ। ਇੱਦਾਂ ਸਮਝ ਕੇ ਇਹ ਫੈਸਲੇ ਰੱਖੀਏ, ਵਰਤ ਰੱਖੀਏ ਤਾਂ ਲਾਭ ਹੈ, ਨਹੀਂ ਤਾਂ ਵਰਤ ਸਿਰਫ ਕਰਮ ਹੈ, ਕਾਂਡ ਹੈ, ਢੋਂਗ ਹੈ, ਪਖੰਡ ਹੈ। ਪਰ ਲੋਕਾਂ ਨੇ ਵਰਤ ਨੂੰ ਇੱਕ ਮਨੋਵਿਗਿਆਨਕ ਕਿਰਿਆ ਦੀ ਥਾਂ ਅੱਜ ਕੱਲ੍ਹ ਕਰਮਕਾਂਡ ਬਣਾ ਲਿਆ ਹੈ। ਬਹੁਤ ਇੱਧਰ ਉੱਧਰ ਦੇ ਵਰਤ ਰੱਖਣ ਲੱਗ ਗਏ ਨੇ। ਕੋਈ ਕਹਿੰਦਾ ਮੈਂ ਸਾਰਾ ਦਿਨ ਪਾਣੀ ਨਹੀਂ ਪੀਣਾ, ਕੋਈ ਫੁਲਕਾ ਨਹੀਂ ਛਕਦਾ, ਅਤੇ ਹੋਰ ਕਈ 100 ਤਰੀਕੇ ਦੇ ਢੰਗ ਨੇ। ਉਹ ਕਾਰਨ ਭੁੱਲ ਗਏ ਨੇ ਕਿ ਢੰਗ ਕੀ ਸੀ। ਲੋਕਾਂ ਦੇ ਮਨ ਵਿੱਚ ਇਹ ਹੈ ਕਿ ਸ਼ਾਇਦ ਇਹ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਹੈ, ਅਤੇ ਉਹਨਾਂ ਦੇ ਕੋਲੋਂ ਲਾਭ ਲੈਣ ਦਾ ਕੋਈ ਵਸੀਲਾ ਬਣਾ ਲਿਆ ਹੈ। ਕੋਈ ਕਿਸੇ ਵਾਰ ਦਾ ਰੱਖ ਲੈਂਦਾ, ਕੋਈ ਸੌਮ ਦਾ, ਕੋਈ ਐਤ ਦਾ, ਹੋਰ ਚਲੋ ਕਈ ਤਰ੍ਹਾਂ ਦੇ। ਅਸੀਂ ਕਿਸੇ ਦੇ ਧਰਮ ਦੇ ਉੱਤੇ ਕਿੰਤੂ ਨਹੀਂ ਕਰਦੇ, ਉਹਨਾਂ ਨੂੰ ਪੂਰੀ ਖੁੱਲ੍ਹ ਹੈ, ਆਜ਼ਾਦੀ ਹੈ, ਉਹ ਜੋ ਮਰਜ਼ੀ ਕਰਨ। ਪਰ ਇਸ ਦਾ ਪਿਛਲਾ ਕਾਰਨ ਕੀ ਹੈ, ਉਹ ਸਮਝਣਾ ਬੜਾ ਜ਼ਰੂਰੀ ਹੈ। ਮਨ ਨੂੰ ਵਸ ਦੇ ਵਿੱਚ ਕਰਨਾ ਹੀ ਸੱਚ ਧਰਮ ਹੈ। ਇਸ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਜੇ ਮਨ ਵਸ ਵਿੱਚ ਨਹੀਂ ਆਇਆ ਤਾਂ ਧਰਮ ਦੇ ਨਾਮ 'ਤੇ ਤੁਸੀਂ ਜੋ ਕੁਛ ਵੀ ਕਰ ਰਹੇ ਹੋ ਕਿਸੇ ਕੰਮ ਨਹੀਂ ਆਉਂਦਾ। ਫਿਰ ਭਾਵੇਂ ਕਿਸੇ ਤੀਰਥ ਜਾਈਏ, ਭਾਵੇਂ ਕਿਸੇ ਪੂਜਣ ਦੀ ਜਗ੍ਹਾ 'ਤੇ ਜਾਈਏ, ਜੋ ਮਰਜ਼ੀ ਕਰ ਲਈਏ, ਉਹ ਸਭ ਨਿਫਲ ਹੈ। ਮਨ ਨੂੰ ਵਸ ਵਿੱਚ ਕਰਨ ਤੋਂ ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਮਨ ਕੀ ਹੈ। ਮਨ ਵਿਚਾਰਾਂ ਦੀ ਖੇਡ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਵੀ ਫਰਮਾਨ ਦਿੰਦੀ ਹੈ ਕਿ ਤੀਰਥ ਕਰੇ ਬ੍ਰਤ ਫੁਨ ਰੱਖੈ, ਨਾ ਮਨੁਆ ਬਸ ਜਾਕੋ, ਨਿਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਤ ਮੈਂ ਜਾਕੋ। ਸੋ ਇਸ ਤਰੀਕੇ ਦੇ ਨਾਲ ਮਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਹੌਲੀ ਹੌਲੀ ਅਭਿਆਸ ਕਰਨ ਦੇ ਨਾਲ ਹੋਵੇਗਾ। ਇੱਕੋ ਦਿਨ ਜੇ ਆਪਾਂ ਸੋਚੀਏ ਕਿ ਹੋ ਜਾਵੇ, ਕੁਝ ਕਦੇ ਵੀ ਪੋਸੀਬਲ ਨਹੀਂ। ਕੋਈ ਵੀ ਪਰਫੈਕਟ ਨਹੀਂ ਹੁੰਦਾ। ਹਰੇਕ ਚੀਜ਼ ਨੂੰ ਪ੍ਰੈਕਟਿਸ ਦੀ ਜ਼ਰੂਰਤ ਹੈ, ਅਭਿਆਸ ਦੀ ਜ਼ਰੂਰਤ ਹੈ। ਅਸੀਂ ਪ੍ਰਣ ਕਰੀਏ, ਅਸੀਂ ਨਿਸ਼ਚੈ ਕਰੀਏ ਕਿ ਅੱਜ ਤੋਂ ਅਸੀਂ ਕੁਛ ਚੀਜ਼ਾਂ ਦਾ ਪ੍ਰਣਤਾ ਲੈ ਲਈਏ। ਅੱਖਾਂ ਦਾ ਵਰਤ ਜ਼ਰੂਰ ਰੱਖ ਸਕਦੇ ਹਾਂ ਕਿ ਮਾੜੀ ਚੀਜ਼ ਨਹੀਂ ਦੇਖਣੀ, ਜਾਂ ਇੱਕ ਖਾਸ ਤਰੀਕੇ ਦੀਆਂ ਵੀਡੀਓ ਨਹੀਂ ਦੇਖਣੀਆਂ, TV ਨਹੀਂ ਦੇਖਣਾ, ਫਿਲਮਾਂ ਨਹੀਂ ਦੇਖਣੀਆਂ। ਜੀਭ ਦਾ ਵਰਤ ਬਿਲਕੁਲ ਰੱਖਿਆ ਜਾ ਸਕਦਾ, ਕਿਵੇਂ ਖਾਸ ਤਰੀਕੇ ਦੇ ਭੋਜਨ ਨਹੀਂ ਕਰਨੇ, ਮਿੱਠਾ ਨਹੀਂ ਖਾਣਾ, ਜਾਂ ਕੁਛ ਵੀ ਹੋਰ ਵੱਧ ਮਸਾਲਾ ਨਹੀਂ ਖਾਣਾ, ਜਾਂ ਕਿਸੇ ਵੀ ਤਰੀਕੇ ਦਾ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਪਰ ਸਿਹਤ ਦੇ ਲਈ ਜੋ ਨੁਕਸਾਨਦਾਇਕ ਹੈ, ਉਸ ਦਾ ਵਰਤ ਆਸਾਨੀ ਨਾਲ ਰੱਖਿਆ ਜਾ ਸਕਦਾ, ਜਿਸ ਦਾ ਫਾਇਦਾ ਤੁਹਾਨੂੰ ਹੋਵੇਗਾ। ਸਭ ਤੋਂ ਪਹਿਲਾਂ ਤੁਹਾਡੇ ਸਰੀਰ ਨੂੰ ਹੋਵੇਗਾ। ਮੂੰਹ ਦਾ ਵਰਤ ਬਹੁਤ ਜ਼ਰੂਰੀ ਹੈ। ਅਸੀਂ ਦੇਖਦੇ ਹਾਂ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਸਾਡੇ ਤੋਂ ਕਈ ਪ੍ਰਕਾਰ ਦੀਆਂ ਗੱਲਾਂ ਬੋਲੀਆਂ ਜਾਂਦੀਆਂ ਨੇ, ਜਿਸ ਦਾ ਬਾਅਦ ਵਿੱਚ ਜਿਹੜਾ ਡੈਮੇਜ ਆ ਕੰਟਰੋਲ ਵੀ ਨਹੀਂ ਹੋ ਸਕਦਾ। ਅਸੀਂ ਕਈ ਵਾਰ ਅਜਿਹਾ ਕੁਛ ਬੋਲੇ ਨੇ ਜਿਹੜਾ ਅਸੀਂ ਬੋਲਣਾ ਚਾਹੁੰਦੇ ਨਹੀਂ ਹੁੰਦੇ, ਪਰ ਬੋਲਿਆ ਜਾਂਦਾ ਹੈ। ਸੋ ਮੂੰਹ ਦਾ ਵਰਤ ਬੜਾ ਜ਼ਰੂਰੀ ਹੈ ਕਿ ਗੁੱਸੇ ਦੇ ਵਿੱਚ ਨਾ ਬੋਲੂੰਗਾ, ਮੈਂ ਝੂਠ ਨਹੀਂ ਬੋਲਾਂਗਾ। ਇਸ ਤਰੀਕੇ ਦੇ ਵਰਤ ਰੱਖੇ ਜਾ ਸਕਦੇ ਨੇ ਜੋ ਕਿ ਸਾਡੀ ਕਮਜ਼ੋਰੀ ਨੇ, ਸਾਡਾ ਫਾਇਦਾ ਕਰਨਗੇ। ਮੈਂ ਇੱਕ ਵਾਰ ਫਿਰ ਇੱਕ ਗੱਲ ਦੁਹਰਾ ਦਿਆਂ ਕਿ ਇੱਥੇ ਵਰਤ ਦਾ ਮਤਲਬ ਉਹ ਵਰਤ ਨਾ ਲਿਓ ਜਿਹੜਾ ਅੱਜ ਕੱਲ੍ਹ ਆਮ ਲੋਕ ਲੈਂਦੇ ਨੇ। ਕਰਮਕਾਂਡ ਵਾਲਾ ਵਰਤ ਬਿਲਕੁਲ ਵੀ ਨਹੀਂ। ਇਹ ਵਰਤ ਨਹੀਂ, ਇਹਨੂੰ ਤੁਸੀਂ ਨਿਸ਼ਚਾ ਕਹਿ ਲਓ, ਮਨ 'ਤੇ ਕਾਬੂ ਕਰਨ ਦਾ ਤਰੀਕਾ ਕਹਿ ਲਓ, ਕੰਟਰੋਲ ਕਹਿ ਲਓ, ਡਿਸੀਜ਼ਨ ਕਹਿ ਲਓ। ਕੰਨਾਂ ਦਾ ਵਰਤ ਵੀ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਸੁਣਨ ਵਾਲਿਆਂ ਵਿੱਚੋਂ ਕੁਛ ਜ਼ਰੂਰ ਰੱਖਣਗੇ ਕਿ ਮੈਂ ਗਾਣੇ ਨਹੀਂ ਸੁਣਾਂਗਾ, ਕਿਸੇ ਦੀ ਚੁਗਲੀ ਨਿੰਦਿਆ ਨਹੀਂ ਸੁਣਾਂਗਾ। ਉਹੀ ਸਮਾਂ ਜਿਹੜਾ ਮੇਰਾ ਬਚੂਗਾ ਉਹਦੇ ਵਿੱਚ ਮੈਂ ਕੀਰਤਨ ਸੁਣਾਂਗਾ, ਪਾਠ ਸੁਣਾਂਗਾ, ਜਾਂ ਪਾਠ ਕਰ ਲਵਾਂਗਾ। ਉਹ ਸਮਾਂ ਮੈਂ ਯੂਟੀਲਾਈਜ਼ ਕਰਾਂਗਾ। TV ਰੇਡੀਓ ਮੈਂ ਨਹੀਂ ਸੁਣਾਂਗਾ, ਉਹ ਸਮਾਂ ਮੈਂ ਉਹਦੀ ਇੱਕ ਚੰਗੀ ਵਰਤੋਂ ਕਰਾਂਗਾ। ਚਮੜੀ ਦਾ ਵਰਤ ਤੋਂ ਜਿੰਨਾ ਵੀ ਚਮੜੀ ਦਾ ਵਰਤ ਰੱਖਾਂਗੇ ਉਹਨਾਂ ਆਪਣੇ ਆਪ ਨੂੰ ਫਾਇਦਾ ਹੈ। ਜੇ ਅੱਜ ਆਪਾਂ ਸੋਚ ਲਈਏ ਕਿ ਮੈਂ ਅੱਜ ਭੱਜਾਂਗਾ, ਟਹਿਲਾਂਗਾ, ਜਾਂ ਮੈਂ ਕਾਰ 'ਤੇ ਜਾਂ ਆਪਣੇ ਮੋਟਰਸਾਈਕਲ 'ਤੇ ਚੱਲਣ ਦੀ ਬਜਾਏ ਮੈਂ ਪੈਦਲ ਚੱਲਾਂਗਾ, ਉਹਦਾ ਵੀ ਆਪਾਂ ਨੂੰ ਫਾਇਦਾ ਹੈ। ਇਹਦੇ ਵਿੱਚ ਕਿਸੇ ਰੱਬ ਦਾ, ਕਿਸੇ ਭਗਵਾਨ ਦਾ, ਕਿਸੇ ਪ੍ਰਭੂ ਦਾ ਕੋਈ ਫਾਇਦਾ ਨਹੀਂ, ਸਾਡੇ ਆਪਣੇ ਫਾਇਦੇ ਨੇ। ਅਸੀਂ ਉਮੀਦ ਕਰਦੇ ਹਾਂ ਕਿਉਂਕਿ ਜਦੋਂ ਅਸੀਂ ਨਾਮ ਸਿਮਰਨ ਦੀ ਸ਼ੁਰੂਆਤ ਕਰਨੀ ਹੈ ਤਾਂ ਆਪਣਾ ਸਰੀਰ ਸਵਸਥ ਹੋਣਾ ਬੜਾ ਜ਼ਰੂਰੀ ਹੈ, ਸਿਹਤਮੰਦ ਹੋਣਾ ਬੜਾ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਸਿਹਤਮੰਦ ਨਹੀਂ, ਉਹਨਾਂ ਚਿਰ ਅਸੀਂ ਪ੍ਰਭੂ ਦਾ ਸਿਮਰਨ ਕਰਦੇ ਸਾਨੂੰ ਆਨੰਦ ਵੀ ਨਹੀਂ ਮਿਲਣਾ। ਤੁਸੀਂ ਫਰਜ਼ ਕਰ ਲਓ ਕਿ ਜੇਕਰ ਜਿਸ ਦਿਨ ਤੁਹਾਡਾ ਸਿਰ ਦਰਦ ਹੁੰਦਾ ਹੈ ਤਾਂ ਤੁਹਾਨੂੰ ਪਾਠ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ, ਤਕਲੀਫ ਹੁੰਦੀ ਹੈ। ਸੋ ਇਹ ਬੜਾ ਜ਼ਿਆਦਾ ਜ਼ਰੂਰੀ ਹੈ। ਅਸੀਂ ਉਮੀਦ ਕਰਦੇ ਹਾਂ ਅਤੇ ਇਹ ਵੀ ਉਮੀਦ ਕਰਾਂਗੇ ਕਿ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਜੇਕਰ ਤੁਹਾਨੂੰ ਕੋਈ ਗੱਲ ਚੰਗੀ ਨਹੀਂ ਲੱਗਦੀ, ਕੋਈ ਗੱਲ ਤੁਹਾਨੂੰ ਲੱਗਦਾ ਕਿ ਕਿਸੇ ਦੇ ਉੱਪਰ ਕਿੰਤੂ ਕੀਤਾ ਜਾ ਸਕਦਾ, ਇਤਰਾਜ਼ ਕੀਤਾ ਜਾ ਸਕਦਾ, ਤਾਂ ਤੁਸੀਂ ਸਾਨੂੰ ਆਪਦੀ ਜਿਹੜੀ ਬੇਸ਼ਕੀਮਤੀ ਜਿਹੜੀ ਫੀਡਬੈਕ ਆ ਸਾਡੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਆ ਕਰੋ। ਅਸੀਂ ਹਰੇਕ ਕਮੈਂਟ ਪੜ੍ਹਦੇ ਹਾਂ। ਉਮੀਦ ਕਰਾਂਗੇ ਜੇਕਰ ਸਾਡੇ ਤੋਂ ਕੋਈ ਗਲਤੀਆਂ ਹੁੰਦੀਆਂ ਨੇ ਤਾਂ ਅਗਲੀਆਂ ਵੀਡੀਓ ਦੇ ਵਿੱਚ ਸੁਧਾਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।